किसान भी शहीद हो रहे हैं। लगातार किसानों ਦੀਆਂ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਵੀ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ ਪੀੜਤ ਪਰਿਵਾਰਾਂ ਦੇ ਲਈ, ਪਰ ਉਹਦੀ ਜ਼ਮੀਨੀ ਹਕੀਕਤ ਬਰਨਾਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਿਆ ਗਿਆ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਤੇ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਹਦੇ ਵਿੱਚ ਪਾਸ ਕਰਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਿ ਜਿਹੜੇ ਵੀ ਕਿਸਾਨ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜੀ। ਇਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇ ਕੇ ਕਲਾਂ ਦੀ ਗੱਲ ਹੈ, ਜਿੱਥੇ ਕਰਨੈਲ ਸਿੰਘ ਨਾਂ ਦਾ ਜਿਹੜਾ ਸ਼ਹੀਦ ਕਿਸਾਨ ਹੈ ਉਹਦੀ ਮੌਤ ਜਿਹੜੀ ਉਹ ਟਿੱਕਰੀ ਬਾਰਡਰ ਤੇ ਹੋਈ ਸੀ, ਕਿਉਂਕਿ ਇਸ ਖੇਤਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਬੋਲਬਾਲਾ ਹੈਗਾ ਜੀ। ਉਗਰਾਹਾਂ ਸਾਹਿਬ ਕਰਕੇ ਕਾਫੀ ਜ਼ਿਆਦਾ ਉਸ ਨਾਲ ਸੰਬੰਧਿਤ ਨੇ। ਹੁਣ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਇਹਨਾਂ ਨੂੰ ਇੱਕ ਐਲਾਨ ਕਰ ਦੇਣਾ ਚਾਹੀਦਾ, ਇਹਦਾ ਕੋਈ ਸਮਾਂ ਮੁਕਰਰ ਕਰ ਦੇਣਾ ਚਾਹੀਦਾ ਕਿ 1 ਮਹੀਨੇ ਦੇ ਵਿੱਚ ਸਰਕਾਰ ਵੱਲੋਂ ਚੈੱਕ ਤੇ ਉਹਦੇ ਪਰਿਵਾਰ ਨੂੰ ਨੌਕਰੀ ਪ੍ਰਦਾਨ ਕਰ ਦਿੱਤੀ ਜਾਵੇ। ਇਹ ਕਿਸਾਨ 19 ਅਗਸਤ ਨੂੰ ਮੌਤ ਹੋਈ ਹੈ ਇਹਦੀ। 19 ਅਗਸਤ ਤੋਂ ਲੈ ਕੇ ਅੱਜ ਅਸੀਂ ਤਕਰੀਬਨ ਅਗਸਤ, ਸਤੰਬਰ, ਅਕਤੂਬਰ 2 ਮਹੀਨੇ ਹੋ ਗਏ ਨੇ। 2 ਮਹੀਨਿਆਂ ਦੇ ਵਿੱਚ ਇਹ ਨਹੀਂ ਹੋਇਆ ਤਾਂ ਪਤਾ ਲੱਗਿਆ ਕਿ ਬਹੁਤ ਸਾਰੇ ਕਿਸਾਨਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਘੇਰ ਲਿਆ, ਉਹਦੇ ਅੰਦਰ ਦਾਖਲ ਹੋ ਗਏ ਨੇ ਵੀ ਜਦੋਂ ਤੱਕ ਚੈੱਕ ਨਹੀਂ ਮਿਲਦਾ ਅਸੀਂ ਨਹੀਂ ਜਾਣਾ। ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਦੇ ਨਜ਼ਰ ਆ ਰਹੇ ਨੇ 3 ਖੇਤੀ ਕਾਨੂੰਨ, ਜਿਸ ਨੂੰ ਹੁਣ ਉਹ ਜਲਦ ਤੋਂ ਜਲਦ ਨਿਪਟਾਉਣਾ ਚਾਹੁੰਦੀ ਹੈ। ਕਈ ਖਬਰਾਂ ਅਜਿਹੀਆਂ ਕੰਸੂਆਂ ਆ ਰਹੀਆਂ ਨੇ ਕਿ ਖੁਦ ਚਾਹੁੰਦੀ ਹੈ ਕੇਂਦਰ ਸਰਕਾਰ ਕਿ ਇਸ ਮਸਲੇ ਦਾ ਹੱਲ ਨਿਕਲ ਜਾਵੇ, ਕਿਉਂਕਿ 5 ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇ। ਮੈਨੂੰ ਲੱਗਦਾ ਕਿ ਜਿਹੜੀ ਸੂਤਰਾਂ ਦੀ ਜਾਣਕਾਰੀ ਆ ਰਹੀ ਹੈ, ਜਿਹੜੇ ਅਮਰਿੰਦਰ ਸਿੰਘ ਹੋਰੀ ਬਾਰ-ਬਾਰ ਗੇੜੇ ਮਾਰ ਰਹੇ ਨੇ ਪੰਜਾਬ ਦੇ ਕਿਸਾਨਾਂ ਨੂੰ, ਮੈਨੂੰ ਲੱਗਦਾ ਉਹਨਾਂ ਨੂੰ ਸਾਲਸ ਬਣਾ ਕੇ ਕੁਝ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਕਈ ਤਰ੍ਹਾਂ ਦੇ ਖਰੜੇ ਤਿਆਰ ਹੋਏ ਨੇ ਜਿਹੜੇ ਮੀਡੀਆ ਦੇ ਵਿੱਚ ਨਿਕਲ ਕੇ ਆਏ ਨੇ। ਇੱਕ ਤਾਂ ਇਹ ਕਿ ਉਹ ਇਹ ਐਲਾਨ ਕਰ ਸਕਦੇ ਨੇ ਕਿ 3 ਸਾਲਾਂ ਵਾਸਤੇ ਇਹ ਕਾਨੂੰਨ ਜਿਹੜੇ ਆ ਉਹ ਅੱਗੇ ਟਾਲ ਦਿੱਤੇ ਆ ਜੀ। 3 ਸਾਲ ਦਾ ਮਤਲਬ ਇਹ ਹੋ ਜਾਏਗਾ ਫਿਰ ਤਾਂ 2 ਸਾਲਾਂ ਬਾਅਦ ਸਰਕਾਰ ਆ ਜਾਣੀ ਹੈ, ਇਹਨਾਂ ਦੀ ਸਰਕਾਰ 'ਚ ਤਾਂ ਇਹ ਲਾਗੂ ਨਹੀਂ ਹੋਣੇ। ਦੂਜਾ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਰਾਜਾਂ ਤੇ ਛੱਡ ਦਿੱਤਾ ਜਾਵੇ, ਜਿਹੜੇ ਰਾਜ ਨੇ ਲਾਗੂ ਕਰਨਾ ਕਰ ਲਏ, ਜਿਹੜੇ ਨੇ ਨਹੀਂ ਕਰਨਾ ਨਾ ਕਰੇ। ਇਹ ਵੀ ਇੱਕ ਗਲਤ ਪਿਰਤ ਹੋਏਗੀ। ਜੇ 3 ਸਾਲ ਵਾਸਤੇ ਟਾਲਦੇ ਨੇ ਤਾਂ ਮੈਂ ਸਮਝਦਾ ਕਿ ਉਹ ਪਹਿਲਾਂ ਵੀ ਇੱਕ ਵਾਰੀ ਵਿਉਂਤ ਚੱਲੀ ਸੀ ਵੀ ਆਪਾਂ ਇਹਨੂੰ ਟਾਲ ਦਿੰਦੇ ਆ, ਜਿਹਦੀ ਕਿਸਾਨਾਂ ਨੇ ਗੱਲ ਨਹੀਂ ਮੰਨੀ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਰੱਦ ਕਰਾ ਕੇ ਹੀ ਜਾਣਾ। ਦੂਜਾ ਰਾਜਾਂ ਤੇ ਛੱਡ ਦਿੱਤਾ ਜਾਵੇ। ਤੀਜਾ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੜਿੱਕਾ ਹੈਗਾ ਉਹ ਘੱਟੋ ਘੱਟ ਸਮਰਥਨ ਮੁੱਲ ਦਾ MSP ਦਾ। ਇਹਦੇ ਲਈ ਉਹ ਰਾਜੀ ਹੋ ਗਏ ਨੇ ਕਿ MSP ਨੂੰ ਅਸੀਂ ਕਾਨੂੰਨ ਬਣਾ ਦਿੰਦੇ ਆ ਕਿ MSP ਤੋਂ ਹੇਠਾਂ ਕੋਈ ਖਰੀਦ ਨਹੀਂ ਕਰੇਗਾ। ਮੰਨ ਲਓ ਇਹ ਕਾਨੂੰਨ ਇਹਨਾਂ ਨੇ ਪਾਸ ਕਰ ਦਿੱਤਾ ਜੀ, ਜੇ ਖਰੀਦੀ ਨਾ ਕੀਤੀ ਲਾਗੂ ਤਾਂ ਹੋਏਗਾ ਨਾ ਜੇ ਖਰੀਦ ਹੋਵੇਗੀ। ਨਾਲ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ, ਉਹ ਵੀ ਪੰਜਾਬ ਫੇਰੀ ਦੇ ਉੱਤੇ ਨੇ। ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ। ਲਗਾਤਾਰ ਉਹਨਾਂ ਨੇ ਵਪਾਰੀਆਂ ਦੇ ਨਾਲ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ ਤਾਂ ਉੱਥੇ ਕਈ ਤਰ੍ਹਾਂ ਦੇ ਉਹਨਾਂ ਨੇ ਭਰੋਸੇ ਦਵਾਏ ਨੇ। ਉੱਥੇ ਉਹਨਾਂ ਨੇ ਅੱਜ ਐਲਾਨ ਕੀਤਾ ਕਿ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਜਾਵੇਗਾ, 24 ਘੰਟੇ ਤੁਹਾਨੂੰ ਬਿਜਲੀ ਦਿੱਤੀ ਜਾਵੇਗੀ ਵਾਜਬ ਦਰਾਂ ਦੇ ਉੱਤੇ। ਪਹਿਲਾਂ ਬਿਜਲੀ ਵਾਲਾ ਪ੍ਰਬੰਧ ਤਾਂ ਉਹ ਆਪਦਾ ਦਿੱਲੀ 'ਚ ਸੂਤ ਕਰ ਲੈਣ। ਇਸੇ ਤਰ੍ਹਾਂ ਜਿਹੜੇ ਬਕਾਏ ਨੇ ਬੈਟ ਵਗੈਰਾ ਦੇ, ਉਹ ਕਹਿੰਦੇ 3 ਤੋਂ 6 ਮਹੀਨਿਆਂ ਦੇ ਵਿੱਚ ਪੂਰੇ। ਕਾਫੀ ਪਟਾਰਾ ਆ ਕੇ ਖੋਲ੍ਹਿਆ ਪਰ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਜੀ। ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦਾ ਹੈ ਕਿ ਵੱਡੇ ਘਰਾਂ ਦੀਆਂ ਬੱਸਾਂ ਜਿਹੜੀਆਂ ਨੇ ਉਹ ਏਅਰਪੋਰਟ ਤੇ ਜਾਂਦੀਆਂ ਨੇ ਤੇ PRTC ਪੰਜਾਬ ਰੋਡਵੇਜ਼ ਪਣ ਬੱਸ ਇਹਨਾਂ ਨੂੰ ਜਾਣ ਨਹੀਂ ਦਿੱਤਾ। ਲੱਗਦੇ ਹੱਥ ਕੇਜਰੀਵਾਲ ਸਾਹਿਬ ਇਹਦਾ ਵੀ ਜਵਾਬ ਦੇ ਜਾਂਦੇ ਕਿ ਉਹਦਾ ਕਾਰਨ ਕੀ ਹੈ, ਕਿਸ ਕਾਰਨ ਕਰਕੇ ਉਹ ਉੱਥੇ ਬੱਸਾਂ ਨਹੀਂ ਜਾ ਰਹੀਆਂ। ਸੋ ਉਹ ਉੱਥੇ ਆਏ ਨੇ, ਇੱਕ ਪਟਾਰੀ ਹੋਰ ਲੈ ਕੇ ਆਏ ਨੇ। ਉਹਨਾਂ ਨੇ ਵਪਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਉਤਸ਼ਾਹਿਤ ਕਰਨ ਦਾ ਇੱਕ ਯਤਨ ਕੀਤਾ। ਕਿ ਵਪਾਰੀਆਂ ਦੇ ਉੱਤੇ ਉਹਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ। ਲੇਕਿਨ ਜਿਵੇਂ ਕੇਜਰੀਵਾਲ ਸਾਹਿਬ ਲਗਾਤਾਰ ਪੰਜਾਬ ਦੀ ਫੇਰੀ ਪਾ ਰਹੇ ਨੇ, ਇਹਦਾ ਮਤਲਬ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਦੇ ਵਿੱਚ ਜਿਹੜੀਆਂ ਪਿਛਲੀ ਵਾਰੀ ਗਲਤੀਆਂ ਹੋਈਆਂ ਸੀ, ਇਸ ਵਾਰ ਵੀ ਉਹ ਉਸੇ ਪਾਸੇ ਨੂੰ ਤੁਰੇ ਫਿਰਦੇ ਨੇ। ਲੋਕਲ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਚਾਹੀਦਾ। ਜੇ ਉਹਨਾਂ ਨੇ ਨਾ ਲਿਆਂਦਾ ਤਾਂ ਦੂਜੀ ਵਾਰ ਫੇਰ ਪੰਜਾਬ ਦੇ ਵਿੱਚੋਂ ਫੇਲ ਹੋ ਸਕਦੇ ਨੇ।
ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ। ਉਹ ਮੁੱਦਾ ਚਾਹੇ ਸਮਾਜਿਕ ਹੋਵੇ, ਧਾਰਮਿਕ ਹੋਵੇ ਤੇ ਜਾਂ ਫਿਰ ਰਾਜਨੀਤਿਕ। ਇਸ ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਸੀਨੀਅਰ ਐਡੀਟਰ D5 ਚੈਨਲ ਪੰਜਾਬੀ ਦੇ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਬਣੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਪੰਜਾਬ ਦੇ 3 ਜਵਾਨ ਸ਼ਹੀਦ ਹੋਏ ਨੇ, ਫੌਜੀ ਜਵਾਨ, ਜਿਸ ਤੋਂ ਬਾਅਦ ਹਰ ਕਿਸੇ ਦੀਆਂ ਅੱਖਾਂ ਨਮ ਨੇ। ਹਰ ਕੋਈ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੋਇਆ ਹੈ। ਇੱਕ ਰੋਪੜ ਦੇ ਨਾਲ ਸੰਬੰਧਿਤ ਹੈ, ਬਟਾਲਾ ਦੇ ਨਾਲ ਸੰਬੰਧਿਤ ਹੈ ਤੇ ਖੁਦ ਰੋਪੜ ਵਾਲਾ ਜਿਹੜਾ ਸ਼ਹੀਦ ਹੋਇਆ ਜਵਾਨ, ਉਸ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਹੋਏ ਨੇ। ਬਟਾਲਾ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਹੁੰਚੇ ਹੋਏ ਨੇ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਉਂਕਿ ਮਾਹੌਲ ਅਸੀਂ ਵੀ ਆਪਣੇ ਇਸ ਮੰਚ ਤੋਂ ਜਿਹੜੇ ਸ਼ਹੀਦ ਹੋਏ ਨੇ ਜਵਾਨ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਦੇਖੋ ਜੀ, ਸਾਡਾ ਸਾਰਿਆਂ ਦਾ ਇਹਨਾਂ ਸ਼ਹੀਦਾਂ ਦੇ ਉੱਤੇ ਸਿਰ ਝੁਕਦਾ ਹੈ। ਬਿਲਕੁਲ ਜੀ। ਇਹ ਖੂਨ ਕਿੰਨਾ ਕੁ ਚਿਰ ਇਸੇ ਤਰ੍ਹਾਂ ਵਹਿੰਦਾ ਰਹੇਗਾ? ਦੇਸ਼ ਤੇ ਰਾਜ ਕਰਨ ਵਾਲਿਆਂ ਨੇ ਜੀ, ਉਹਨਾਂ ਦੇ ਤਾਂ ਏਜੰਡੇ ਹੀ ਹੋਰ ਨੇ। ਕਦੇ ਧਾਰਮਿਕਤਾ ਦੇ ਨਾਲ ਤੇ ਲੋਕਾਂ ਨੂੰ ਭੜਕਾ ਦਿਓ, ਕਦੇ ਕਿਸੇ ਹੋਰ ਚੀਜ਼ ਦੇ ਨਾਂ ਤੇ ਭੜਕਾ ਦਿਓ, ਕਦੇ ਜਾਤ ਦੇ ਨਾਂ ਤੇ ਭੜਕਾ ਦਿਓ, ਕਦੇ ਕਿਸੇ ਚੀਜ਼ ਦੇ ਨਾਂ ਤੇ ਭੜਕਾ ਦਿਓ। ਜੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਗੱਲਾਂ ਬਾਤਾਂ ਰਾਹੀਂ ਮਸਲੇ ਹੱਲ ਹੋ ਸਕਦੇ ਨੇ। ਇਹਨਾਂ ਤੋਂ ਤਾਂ ਜੇ ਕਿਸਾਨਾਂ ਦਾ ਮਸਲਾ ਨਹੀਂ ਸੁਲਝਿਆ, ਸਾਲ ਦੇ ਲਗਭਗ ਹੋ ਗਿਆ ਕਿਸਾਨਾਂ ਨੂੰ ਰੁਲਦੇ ਫਿਰਦਿਆਂ ਨੂੰ। ਇਹ ਮੰਦਭਾਗਾ ਹੈ। ਇਹ ਜਿਹੜੇ 3 ਜਵਾਨ ਸ਼ਹੀਦ ਹੋਏ ਨੇ, ਇਹਨਾਂ ਦੇ ਵਿੱਚੋਂ ਇੱਕ ਨਾਇਕ ਜਸਵਿੰਦਰ ਸਿੰਘ ਜੀ, ਮਾਨਾ ਤਲਵੰਡੀ ਕਪੂਰਥਲੇ ਦਾ ਰਹਿਣ ਵਾਲਾ ਹੈ। ਇੱਕ ਗੱਜਨ ਸਿੰਘ ਸਿਪਾਹੀ ਹੈ ਜਿਹੜਾ ਕਿ ਪਛਰੰਦਾ ਰੋਪੜ ਦਾ ਰਹਿਣ ਵਾਲਾ, ਤੇ ਤੀਜਾ ਜਿਹੜਾ ਹੈਗਾ ਬਟਾਲੇ ਦੇ ਕੋਲ ਘਣੀਏ ਕੇ ਬਾਂਦਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਮਨਦੀਪ ਸਿੰਘ ਹੈ। ਸੋ ਅੱਜ ਉਹਨਾਂ ਦਾ ਅੰਤਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਜੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੱਜਨ ਸਿੰਘ ਦੇ ਜਦੋਂ ਉਹਦੀ ਮ੍ਰਿਤਕ ਦੇ ਲਿਆਂਦੀ ਜਾ ਰਹੀ ਸੀ ਤਾਂ ਉਹਨਾਂ ਨੇ ਖੁਦ ਮੋਢਾ ਦਿੱਤਾ ਉਹਨੂੰ, ਉੱਥੇ ਪਹੁੰਚੇ ਨੇ। ਇਸੇ ਤਰ੍ਹਾਂ ਤੁਸੀਂ ਦੱਸਿਆ ਵੀ ਬਟਾਲੇ ਦੇ ਵਿੱਚ ਜਿਹੜਾ ਉਹ ਘਣੀ ਚੱਠਾ ਪਿੰਡ ਆ, ਉੱਥੇ ਸਾਡੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਪੰਚਾਇਤ ਮੰਤਰੀ ਨੇ, ਉਹ ਗਏ ਨੇ। ਇਸੇ ਤਰ੍ਹਾਂ ਤੀਜਾ ਮੰਤਰੀ ਜਿਹੜਾ ਹੈਗੇ ਆ ਉਹ ਮਾਨਾ ਤਲਵੰਡੀ ਵਿਖੇ ਵੀ ਗਏ ਨੇ। ਭਾਵ ਸਰਕਾਰ ਨੇ 3 ਥਾਵਾਂ ਦੇ ਉੱਤੇ ਮੰਤਰੀਆਂ ਦੀ ਡਿਊਟੀ ਲਾਈ ਹੈ। ਨਹੀਂ, ਕਈ ਵਾਰ ਤਾਂ ਇਹ ਦੇਖਿਆ ਗਿਆ ਸੀ ਕਿ ਇਹ ਭੁੱਲ ਜਾਂਦੇ ਨੇ। ਇੱਥੋਂ ਤੱਕ ਕਿ ਡਿਪਟੀ ਕਮਿਸ਼ਨਰ ਜਾਣਾ ਵੀ ਉੱਥੇ ਉਹ ਨਹੀਂ ਸਮਝਦੇ ਸੀ, ਪਰ ਇਹਨਾਂ ਨੇ ਚੰਨੀ ਹੋਰਾਂ ਨੇ ਜਿਹੜੀ ਸਰਕਾਰ ਚੱਕਣ ਤੋਂ ਬਾਅਦ ਉਹਨਾਂ ਦੀ ਅਗਵਾਈ ਦੇ ਵਿੱਚ 3 ਥਾਵਾਂ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਮੰਤਰੀ ਸਾਹਿਬਾਨ ਗਏ ਨੇ। ਡਿਪਟੀ ਕਮਿਸ਼ਨਰ ਉੱਥੋਂ ਦੇ ਉੱਥੇ ਨੇ ਤੇ ਹੋਰ ਅਧਿਕਾਰੀ, ਔਰ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦੇ ਕੇ ਇਹਨਾਂ ਸ਼ਹੀਦਾਂ ਨੂੰ ਜਿਹੜਾ ਹੈਗਾ ਉਹ ਅੱਜ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੈ। ਜਿਹੜੀ ਇਹ ਕਹਿੰਦੇ ਆ ਫਰਵਰੀ ਦੇ ਵਿੱਚ ਹੀ ਵਿਆਹ ਸੀ ਇਸ ਲੜਕੇ ਦਾ, ਜਿਹੜਾ ਗੱਜਨ ਸਿੰਘ ਹੈ ਪਛਰੰਦਾ ਵਾਲਾ। ਉਹਦੀ ਲੜਕੀ ਜਿਹੜੀ ਉਹਦੀ ਧਰਮ ਪਤਨੀ ਹੈ, ਉਹਨੇ ਅੱਜ ਵੱਖ-ਵੱਖ ਇੰਟਰਵਿਊਆਂ ਦੇ ਵਿੱਚ ਲੂੰ ਕੰਡੇ ਖੜਨ ਕਰਨ ਵਾਲੀਆਂ ਜੀ ਇੰਟਰਵਿਊ ਦਿੱਤੀਆਂ ਨੇ। ਉਹ ਕਹਿੰਦੀ ਕਿ ਇੱਥੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ, 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਤੇ ਹਰ ਰੋਜ਼ ਉੱਥੇ ਹੱਦਾਂ ਦੇ ਉੱਤੇ ਲੋਕ, ਉਹ ਵੀ ਕਿਸਾਨਾਂ ਦੇ ਪੁੱਤਰ ਹੀ ਗਰੀਬਾਂ ਦੇ ਪੁੱਤਰ ਸ਼ਹੀਦ ਹੋ ਰਹੇ ਨੇ। ਇਹ ਜਿਹੜੇ ਦੇਸ਼ ਚਲਾ ਰਹੇ ਨੇ, ਇਹਨਾਂ ਦੇ ਵਿੱਚੋਂ ਕਿਸੇ ਦਾ ਪੁੱਤਰ ਕਦੇ ਅੱਜ ਤੱਕ ਜਾਂ ਰਾਜਾਂ ਦੇ ਨੇ ਕਦੇ ਸ਼ਹੀਦ ਹੁੰਦਾ ਦੇਖਿਆ ਜੀ? ਆਮ ਘਰਾਂ ਦੇ ਲੋਕ, ਆਮ, ਇਹਦਾ ਮਤਲਬ ਦੇਸ਼ ਨੂੰ ਸਾਂਭਣਾ ਇਹ ਸਿਰਫ ਲੈਕਚਰ ਵਾਸਤੇ ਹੀ ਨੇ। ਭਾਸ਼ਣਬਾਜ਼ੀਆਂ ਨਾਲ ਸੁਣਾ ਕੇ, ਜਿਵੇਂ ਭਗਵੰਤ ਮਾਨ ਕਹਿੰਦਾ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਤਾਂ ਹੁਣ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਯਾਦ ਹੋ ਗਿਆ ਹੋਵੇਗਾ। ਸੋ ਅੱਜ ਦਾ ਇਹ ਬਹੁਤ ਮੰਦਭਾਗਾ ਹੈ। ਨਾਲ ਹੀ ਇਹਨਾਂ ਨੇ ਕਹਿੰਦੇ ਆ ਜੀ ਅਸੀਂ ਅੱਜ ਉੱਥੋਂ ਦੇ 5 ਅੱਤਵਾਦੀ ਢੇਰ ਕਰਤੇ। ਇਹਦਾ ਪਰਮਾਨੈਂਟ ਹੱਲ ਕਿਉਂ ਨਹੀਂ ਹੁੰਦਾ ਜੀ? ਇਹ ਕਿਉਂ ਮੁੱਦਾ ਜਿਉਂ ਦੀ ਤਿਉਂ ਖੜਾ? ਜਦੋਂ ਕੁਝ ਹੋਰ ਨਹੀਂ ਹੁੰਦਾ, ਚੋਣਾਂ ਨੇੜੇ ਆਉਂਦੀਆਂ ਕਿਤੇ, ਉਦੋਂ ਕਦੇ ਪੁਲਵਾਮਾ ਵਾਪਰ ਜਾਂਦਾ ਹੈ, ਕਦੇ ਰਾਸ਼ਟਰਵਾਦ ਆ ਜਾਂਦਾ, ਕਦੇ ਕੁਝ ਆ ਜਾਂਦਾ ਹੈ। ਸੋ ਇਸ ਦੇਸ਼ ਦੇ ਜਿਹੜੇ ਹੁਕਮਰਾਨ ਨੇ, ਉਹਨਾਂ ਨੂੰ ਕੋਈ ਮਾੜਾ ਮੋਟਾ ਠਰਮੇ ਤੋਂ ਕੰਮ ਲੈਣਾ ਚਾਹੀਦਾ। ਆਮ ਲੋਕਾਂ ਦੇ ਬੱਚਿਆਂ ਦਾ ਖੂਨ ਨਾ ਬਰਬਾਦ ਕਰੋ ਜੀ। ਇਸ ਕਰਕੇ ਇਸ ਮਸਲੇ ਦਾ ਵੱਡੇ ਮਸਲੇ
ਗੱਲਾਂ ਬਾਤਾਂ ਰਾਹੀਂ ਸੁਧਰ ਗਏ, ਗੱਲਾਂ ਬਾਤਾਂ ਰਾਹੀਂ ਸਮਝੇ ਗਏ, ਤਾਂ ਇੱਥੇ ਵੀ ਗੱਲਬਾਤ ਰਾਹੀਂ ਇਹ ਮਸਲੇ ਸੁਲਝਾਉਣ ਦਾ ਯਤਨ ਕੀਤਾ ਜਾਵੇ ਤਾਂ ਬਹੁਤ ਸੀ। ਅਸੀਂ ਇੱਕ ਵਾਰੀ ਫੇਰ ਸਾਰੇ ਜਿਹੜੇ ਸ਼ਹੀਦ ਨੇ, ਇਹ ਤਿੰਨੋਂ ਸ਼ਹੀਦ ਪੰਜਾਬ ਦੇ ਨੇ, ਇੱਕ ਯੂਪੀ ਦਾ, ਇੱਕ ਹੋਰ ਹੈ, ਇਹਨਾਂ 'ਚ 4 ਸਿੱਖ ਸੀ, ਸਿੱਖ ਰੈਜੀਮੈਂਟ ਸੀਗੀ, ਤਾਂ ਇਹਨਾਂ ਸਾਰਿਆਂ ਦੇ ਪਰਿਵਾਰਾਂ ਨਾਲ ਜਿੱਥੇ ਸਾਨੂੰ ਹਮਦਰਦੀ ਹੈ ਉੱਥੇ ਅਸੀਂ ਸੀਸ ਝੁਕਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ। ਜੀ ਟੋਲ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸਾਨ ਵੀ ਸ਼ਹੀਦ ਹੋ ਰਹੇ ਨੇ, ਲਗਾਤਾਰ ਕਿਸਾਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਨੇ, ਤੇ ਦੂਜੇ ਪਾਸੇ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਵੀ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੀ ਪੀੜਤ ਪਰਿਵਾਰਾਂ ਦੇ ਲਈ, ਪਰ ਉਹਦੀ ਜ਼ਮੀਨੀ ਹਕੀਕਤ ਬਰਨਾਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਿਆ ਗਿਆ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ, ਤੇ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਪਰਿਵਾਰ ਨੂੰ ਮੁਆਵਜ਼ੇ ਦਾ ਚੈੱਕ ਨਹੀਂ ਮਿਲਦਾ ਉਦੋਂ ਤੱਕ ਅਸੀਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਿਛਲੀ ਸਰਕਾਰ ਨੇ ਇਹਦੇ ਵਿੱਚ ਪਾਸ ਕਰਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਿ ਜਿਹੜੇ ਵੀ ਕਿਸਾਨ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਜੀ। ਇਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇ ਕੇ ਕਲਾਂ ਦੀ ਗੱਲ ਹੈ, ਜਿੱਥੇ ਕਰਨੈਲ ਸਿੰਘ ਨਾਂ ਦਾ ਜਿਹੜਾ ਸ਼ਹੀਦ ਕਿਸਾਨ ਹੈ ਉਹਦੀ ਮੌਤ ਜਿਹੜੀ ਉਹ ਟਿੱਕਰੀ ਬਾਰਡਰ ਤੇ ਹੋਈ ਸੀ, ਕਿਉਂਕਿ ਇਸ ਖੇਤਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਬੋਲਬਾਲਾ ਹੈਗਾ ਜੀ। ਉਗਰਾਹਾਂ ਸਾਹਿਬ ਕਰਕੇ ਕਾਫੀ ਜ਼ਿਆਦਾ ਉਸ ਨਾਲ ਸੰਬੰਧਿਤ ਨੇ। ਹੁਣ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਇਹਨਾਂ ਨੂੰ ਇੱਕ ਐਲਾਨ ਕਰ ਦੇਣਾ ਚਾਹੀਦਾ, ਇਹਦਾ ਕੋਈ ਸਮਾਂ ਮੁਕਰਰ ਕਰ ਦੇਣਾ ਚਾਹੀਦਾ ਕਿ 1 ਮਹੀਨੇ ਦੇ ਵਿੱਚ ਸਰਕਾਰ ਵੱਲੋਂ ਚੈੱਕ ਤੇ ਉਹਦੇ ਪਰਿਵਾਰ ਨੂੰ ਨੌਕਰੀ ਪ੍ਰਦਾਨ ਕਰ ਦਿੱਤੀ ਜਾਵੇ। ਇਹ ਕਿਸਾਨ 19 ਅਗਸਤ ਨੂੰ ਮੌਤ ਹੋਈ ਹੈ ਇਹਦੀ। 19 ਅਗਸਤ ਤੋਂ ਲੈ ਕੇ ਅੱਜ ਅਸੀਂ ਤਕਰੀਬਨ ਅਗਸਤ, ਸਤੰਬਰ, ਅਕਤੂਬਰ 2 ਮਹੀਨੇ ਹੋ ਗਏ ਨੇ। 2 ਮਹੀਨਿਆਂ ਦੇ ਵਿੱਚ ਇਹ ਨਹੀਂ ਹੋਇਆ ਤਾਂ ਪਤਾ ਲੱਗਿਆ ਕਿ ਬਹੁਤ ਸਾਰੇ ਕਿਸਾਨਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਘੇਰ ਲਿਆ, ਉਹਦੇ ਅੰਦਰ ਦਾਖਲ ਹੋ ਗਏ ਨੇ ਵੀ ਜਦੋਂ ਤੱਕ ਚੈੱਕ ਨਹੀਂ ਮਿਲਦਾ ਅਸੀਂ ਨਹੀਂ ਜਾਣਾ। ਮੇਰਾ ਖਿਆਲ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਵੀ ਸੁਹਿਰਦ ਹੋਣਾ ਚਾਹੀਦਾ ਸੀ, ਲੇਕਿਨ ਜਿਹੜਾ ਇਹ ਮਾਹੌਲ ਪੈਦਾ ਉਦੋਂ ਹੁੰਦਾ ਹੈ। ਅਸੀਂ ਕਈ ਚੀਜ਼ਾਂ ਦੇ ਵਿੱਚ ਕਿਸਾਨਾਂ ਦਾ ਜਿਹੜਾ ਇਹ ਐਕਸ਼ਨ ਆ ਉਹਦੇ ਨਾਲ ਵੀ ਜਿਹੜਾ ਉਹਨਾਂ ਨੂੰ ਅਸਹਿਮਤ ਹੈ ਕਿ ਇਸ ਤਰ੍ਹਾਂ ਦਾ ਨਾ ਕਰੋ, ਪਰ ਉਹ ਕਰਨ ਕਿਉਂ ਨਾ? ਜੇ ਸਮੇਂ ਸਿਰ ਇਹ ਗੱਲ ਨਿਬੇੜ ਦਿੱਤੀ ਜਾਵੇ, ਉਹਨਾਂ ਨੂੰ ਮੌਕਾ ਕਿਉਂ ਦਿੱਤਾ ਗਿਆ ਇਹ ਕੁਝ ਕਰਨ ਦਾ? ਜੀ ਜੇ ਉਹਨਾਂ ਨੇ ਇਹ ਕੀਤਾ, ਕਈ ਵਾਰ ਜਿਹੜੇ ਅਧਿਕਾਰੀ ਆ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ, ਫਿਰ ਲੋਕ ਇਕੱਠੇ ਹੋ ਕੇ ਧਰਨੇ ਦਿੰਦੇ ਨੇ। ਇਹੀ ਗੱਲ ਇਹ ਰੂੜੇ ਕੇ ਦੇ ਵਿੱਚ ਉੱਥੇ ਕਿਸਾਨ ਆਗੂਆਂ ਨੇ ਜਿਹੜਾ ਬਰਨਾਲੇ ਦੇ ਵਿੱਚ ਕੀਤਾ। ਜੇ ਸਮੇਂ ਸਿਰ ਉਹਨਾਂ ਦਾ ਚੈੱਕ ਅਦਾ ਕੀਤਾ ਹੁੰਦਾ ਤਾਂ ਸ਼ਾਇਦ ਇਹ ਲੋੜ ਨਾ ਪੈਂਦੀ। ਇਹਦੇ ਵਿੱਚ ਜਿਹੜੇ ਅਧਿਕਾਰੀਆਂ ਨੇ ਕੁਤਾਹੀ ਵਰਤੀ ਹੈ, ਸਰਕਾਰ ਨੂੰ ਉਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਜੇ ਉਹਨਾਂ ਨੇ ਕਿਹਾ ਚੈੱਕ ਲੈ ਕੇ ਜਾਣਾ ਹੈ ਤਾਂ ਚੈੱਕ ਉਹਨਾਂ ਨੂੰ ਮੁਹੱਈਆ ਹੋਣਾ ਚਾਹੀਦਾ। ਇੱਥੋਂ ਤੱਕ ਕਿ ਜੇ ਸਰਕਾਰੀ ਨੌਕਰੀ ਵੀ ਦੇਣੀ ਹੈ ਉਹਦਾ ਵੀ ਇੱਕ ਸਮਾਂ ਮੁਕਰਰ ਕਰ ਦਿੱਤਾ ਜਾਵੇ। ਮੰਨ ਲਓ ਜੇ ਤੁਸੀਂ ਮਹੀਨਾ ਕਰਦੇ ਹੋ, ਮਹੀਨੇ ਦੀ ਵੀ ਜਾਂ 2 ਮਹੀਨੇ ਕਰ ਦਿਓ ਤਾਂ ਘੱਟੋ ਘੱਟ ਉਨਾ ਇੰਤਜ਼ਾਰ ਕਿਸਾਨ ਕਰ ਲਿਆ ਕਰਨਗੇ ਜੀ। ਪਰ ਮੈਂ ਸਮਝਦਾ ਕਿ ਇਹ 1 ਮਹੀਨੇ ਦੇ ਵਿੱਚ ਹੀ ਮਾਮਲਾ ਨਿਪਟਾਉਣਾ ਚਾਹੀਦਾ। ਅਸਲ ਤਾਂ ਇਹ ਹੋਵੇ ਕਿ ਜਿੱਦਣ ਭੋਗ ਦੀ ਰਸਮ ਹੋਵੇ, ਅੰਤਮ ਅਰਦਾਸ ਹੋਵੇ, ਉਦਣ ਹੀ ਇਹ ਮੁਹੱਈਆ ਕਰ ਦਿੱਤਾ ਜਾਵੇ। ਇਹਦੀਆਂ ਫਾਰਮੈਲਿਟੀਆਂ ਨਾਲੋਂ ਨਾਲ ਪੂਰੀਆਂ ਕਰਨ। ਦੇਖਣਾ ਤਾਂ ਇਹੀ ਹੁੰਦਾ ਨਾ ਕਿ ਇਹ ਕੋਈ ਝੂਠਾ ਤਾਂ ਨਹੀਂ ਹੈਗਾ, ਵੈਰੀਫਾਈ ਕਰਨਾ ਹੁੰਦਾ ਕਿ ਕੀ ਇਹ ਉੱਥੇ ਬਾਰਡਰ ਦੇ ਉੱਤੇ ਗਿਆ ਵੀ ਹੈ ਜਾਂ ਨਹੀਂ ਗਿਆ। ਇਹ ਵੈਰੀਫਿਕੇਸ਼ਨ ਤੇਜ਼ੀ ਨਾਲ ਵੀ ਹੋ ਸਕਦੀ ਹੈ। ਕੋਸ਼ਿਸ਼ ਹੋਵੇ ਕਿ ਵਿਦਨ ਮੰਥ 1 ਮਹੀਨੇ ਦੇ ਵਿੱਚ ਇਹਦਾ ਨਿਪਟਾਰਾ ਕਰਨਾ ਚਾਹੇ। ਸਰਕਾਰ ਨੂੰ ਇਹਦੇ ਪ੍ਰਤੀ ਇੱਕ ਨੀਤੀ ਹੀ ਬਣਾ ਦੇਣੀ ਚਾਹੀਦੀ ਹੈ ਜੀ। ਟੋਲ ਸਾਹਿਬ, ਨਾਲ ਹੀ ਅਰਵਿੰਦ ਕੇਜਰੀਵਾਲ ਨੇ, ਦਿੱਲੀ ਦੇ ਮੁੱਖ ਮੰਤਰੀ, ਉਹ ਵੀ ਪੰਜਾਬ ਫੇਰੀ ਦੇ ਉੱਤੇ ਨੇ। ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਲਗਾਤਾਰ। ਉਹਨਾਂ ਨੇ ਵਪਾਰੀਆਂ ਦੇ ਨਾਲ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ ਤਾਂ ਉੱਥੇ ਕਈ ਤਰ੍ਹਾਂ ਦੇ ਉਹਨਾਂ ਨੇ ਭਰੋਸੇ ਦਵਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਜਿਹੜੀ ਸੁਰੱਖਿਆ ਹੈ ਤੁਹਾਡੇ ਲਈ ਮੇਰੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ, ਪਰ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਉਹ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਹੈ। ਕਿਸੇ ਤੋਂ ਕਿਸੇ ਤਰ੍ਹਾਂ ਦਾ ਵਪਾਰੀ ਤੋਂ ਫਾਲਤੂ ਪੈਸਾ ਨਹੀਂ ਲਿਆ ਜਾਏਗਾ। ਗੁੰਡਾ ਟੈਕਸ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਸ ਨੂੰ ਬਹਾਲ ਰੱਖਿਆ ਜਾਵੇਗਾ। ਸਾਨੂੰ ਮੌਕਾ ਦਿੱਤਾ ਜਾਵੇ। ਇਹੀ ਕੁਝ ਜਿਹੜਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਵਾਸੀਆਂ ਦੇ ਨਾਲ ਨਜ਼ਰ ਆਏ ਨੇ ਅਰਵਿੰਦ ਕੇਜਰੀਵਾਲ ਜਲੰਧਰ 'ਚ। ਦੇਖੋ, ਜਲੰਧਰ ਦੇ ਵਿੱਚ ਉਹ ਆਏ ਨੇ, ਉੱਥੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਨਾਲ ਸਨ, ਉਹਨਾਂ ਦੇ ਹੋਰ ਆਗੂ ਵੀ ਸੀਗੇ। ਉਹਨਾਂ ਨੇ ਕਈ ਕੁਝ ਐਲਾਨ ਕੀਤਾ, ਜਿਵੇਂ ਜਦੋਂ ਉਹ ਆਉਂਦੇ ਨੇ ਇੱਕ ਪਟਾਰੀ ਲੈ ਆਉਂਦੇ ਨੇ, ਉਹਦੇ ਵਿੱਚ ਪਹਿਲਾਂ 300 ਯੂਨਿਟ ਵਾਲੀ ਲੈ ਆਏ, ਫਿਰ ਹੋਰ ਲੈ ਆਏ। ਇਹ ਦੂਰਾ ਕੰਮ ਸੀ। ਇੱਕ ਤਾਂ
ਉਹ ਸਰਦਾਰ ਸੇਵਾ ਸਿੰਘ ਸੇਖਵਾਂ ਦੇ ਘਰ ਅਫਸੋਸ ਕਰਨ ਵਾਸਤੇ ਵੀ ਗਏ ਕੱਲ। ਤਾਂ ਦੂਜਾ, ਉਹਨਾਂ ਨੇ ਉੱਥੋਂ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ। ਪੰਜਾਬ ਦਾ ਵਪਾਰ ਬਹੁਤ ਡਾਮਾਡੋਲ ਹੈ। ਪੰਜਾਬ ਦੀ ਸਥਿਤੀ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇਹਨੂੰ ਅਸਥਿਰ ਕੀਤਾ ਜਾ ਰਿਹਾ, ਇਹਦੀ ਆਰਥਿਕਤਾ ਤਬਾਹ ਕੀਤੀ ਜਾ ਰਹੀ ਹੈ। ਉਹ ਕੇਂਦਰ ਵੀ ਜ਼ਿੰਮੇਵਾਰ ਹੈ ਤੇ ਰਾਜਾਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ, ਘੱਟ ਇਹ ਵੀ ਨਹੀਂ ਹੈਗੇ। ਉੱਥੇ ਉਹਨਾਂ ਨੇ ਅੱਜ ਐਲਾਨ ਕੀਤਾ ਕਿ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਜਾਵੇਗਾ, 24 ਘੰਟੇ ਤੁਹਾਨੂੰ ਬਿਜਲੀ ਦਿੱਤੀ ਜਾਵੇਗੀ ਵਾਜਬ ਦਰਾਂ ਦੇ ਉੱਤੇ। ਪਹਿਲਾਂ ਬਿਜਲੀ ਵਾਲਾ ਪ੍ਰਬੰਧ ਤਾਂ ਉਹ ਆਪਦਾ ਦਿੱਲੀ 'ਚ ਸੂਤ ਕਰ ਲੈਣ। ਇਸੇ ਤਰ੍ਹਾਂ ਜਿਹੜੇ ਬਕਾਏ ਨੇ ਬੈਟ ਵਗੈਰਾ ਦੇ, ਉਹ ਕਹਿੰਦੇ 3 ਤੋਂ 6 ਮਹੀਨਿਆਂ ਦੇ ਵਿੱਚ ਪੂਰੇ। ਕਾਫੀ ਪਟਾਰਾ ਆ ਕੇ ਖੋਲ੍ਹਿਆ, ਪਰ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਜੀ। ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦਾ ਹੈ ਕਿ ਵੱਡੇ ਘਰਾਂ ਦੀਆਂ ਬੱਸਾਂ ਜਿਹੜੀਆਂ ਨੇ ਉਹ ਏਅਰਪੋਰਟ ਤੇ ਜਾਂਦੀਆਂ ਨੇ ਤੇ PRTC ਪੰਜਾਬ ਰੋਡਵੇਜ ਪਣ ਬੱਸ ਇਹਨਾਂ ਨੂੰ ਜਾਣ ਨਹੀਂ ਦਿੱਤਾ। ਲੱਗਦੇ ਹੱਥ ਕੇਜਰੀਵਾਲ ਸਾਹਿਬ ਇਹਦਾ ਵੀ ਜਵਾਬ ਦੇ ਜਾਂਦੇ ਕਿ ਉਹਦਾ ਕਾਰਨ ਕੀ ਹੈ, ਕਿਸ ਕਾਰਨ ਕਰਕੇ ਉਹ ਉੱਥੇ ਬੱਸਾਂ ਨਹੀਂ ਜਾ ਰਹੀਆਂ। ਸੋ ਉਹ ਉੱਥੇ ਆਏ ਨੇ, ਇੱਕ ਪਟਾਰੀ ਹੋਰ ਲੈ ਕੇ ਆਏ ਨੇ। ਉਹਨਾਂ ਨੇ ਵਪਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਉਤਸ਼ਾਹਿਤ ਕਰਨ ਦਾ ਇੱਕ ਯਤਨ ਕੀਤਾ। ਕਿ ਵਪਾਰੀਆਂ ਦੇ ਉੱਤੇ ਉਹਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਸਮਾਂ ਦੱਸੇਗਾ। ਲੇਕਿਨ ਜਿਵੇਂ ਕੇਜਰੀਵਾਲ ਸਾਹਿਬ ਲਗਾਤਾਰ ਪੰਜਾਬ ਦੀ ਫੇਰੀ ਪਾ ਰਹੇ ਨੇ, ਇਹਦਾ ਮਤਲਬ ਜਿਹੜੀਆਂ 2022 ਦੀਆਂ ਚੋਣਾਂ ਨੇ ਉਹਦੇ ਵਿੱਚ ਜਿਹੜੀਆਂ ਪਿਛਲੀ ਵਾਰੀ ਗਲਤੀਆਂ ਹੋਈਆਂ ਸੀ, ਇਸ ਵਾਰ ਵੀ ਉਹ ਉਸੇ ਪਾਸੇ ਨੂੰ ਤੁਰੇ ਫਿਰਦੇ ਨੇ। ਲੋਕਲ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਚਾਹੀਦਾ। ਜੇ ਉਹਨਾਂ ਨੇ ਨਾ ਲਿਆਂਦਾ ਤਾਂ ਦੂਜੀ ਵਾਰ ਫੇਰ ਪੰਜਾਬ ਦੇ ਵਿੱਚੋਂ ਫੇਲ ਹੋ ਸਕਦੇ ਨੇ। ਇੱਕ ਸਰਵੇ ਆਇਆ, ਉਹ ਸਰਵੇ ਦੇ ਵਿੱਚ ਸੀ ਵੋਟਰ ਦਾ ਸਰਵੇ ਹੈ, ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 1 ਨੰਬਰ ਤੇ ਦਿਖਾਇਆ ਗਿਆ, ਕਾਂਗਰਸ ਨੂੰ 2 ਤੇ ਅਕਾਲੀ ਦਲ ਨੂੰ 3 ਨੰਬਰ ਤੇ ਰੱਖਿਆ ਗਿਆ। ਭਾਜਪਾ ਉਦੋਂ ਵੀ ਪਿੱਛੇ ਤੁਰੀ ਫਿਰਦੀ ਹੈ। ਪਤਾ ਨਹੀਂ ਇਹ ਕਿਸ ਤਰ੍ਹਾਂ ਉਹਨਾਂ ਨੇ ਕੀਤਾ, ਕੀ ਨਹੀਂ ਕੀਤਾ, ਕਿੰਨਾ ਕੁ ਇਹਦੇ ਵਿੱਚ ਸੱਚਾਈ ਹੈ, ਇਹ ਤਾਂ ਪੰਜਾਬ ਚੋਣਾਂ ਤੋਂ ਬਾਅਦ ਉਹਦੇ ਨਤੀਜੇ ਦੱਸਣਗੇ। ਲੇਕਿਨ ਹੋ ਸਕਦਾ ਹੈ ਉਹ ਅੱਜ ਕੱਲ੍ਹ ਸਰਵੇ ਵੀ ਜਿਹੜੇ ਨੇ ਜਿਵੇਂ ਹੁੰਦੇ ਨੇ ਉਹ ਸਾਰਿਆਂ ਨੂੰ ਪਤਾ ਹੈ। ਸੋ ਬਾਰ-ਬਾਰ ਉਹਨਾਂ ਦਾ ਇੱਥੇ ਆਉਣਾ, ਇਹਦਾ ਮਤਲਬ ਆਮ ਆਦਮੀ ਪਾਰਟੀ 2022 ਦੇ ਵਿੱਚ ਪੰਜਾਬ ਦੇ ਉੱਤੇ ਨਜ਼ਰ ਰੱਖੀ ਬੈਠੀ ਹੈ। ਜੀ ਬਿਲਕੁਲ, ਢਿੱਲੋਂ ਸਾਹਿਬ ਕਹਿਣਾ ਕੇਜਰੀਵਾਲ ਸਾਹਿਬ ਦਾ ਕਿ ਅਸੀਂ ਸਾਰੇ ਪੰਜਾਬ ਨੂੰ ਨਾਲ ਲੈ ਕੇ ਚੱਲਾਂਗੇ, ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਵੀ ਮੁਹੱਈਆ ਕਰਵਾਏ ਜਾਣਗੇ, ਇੰਡਸਟਰੀ ਨੂੰ ਡਿਵੈਲਪ ਕੀਤਾ ਜਾਊਗਾ, ਪਰ ਵਪਾਰੀ ਨੇ ਜਿਹੜੇ ਉਹ ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਇਸੇ ਦੇ ਚੱਲਦਿਆਂ ਹੀ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਦੇ ਨਜ਼ਰ ਆ ਰਹੇ ਨੇ 3 ਖੇਤੀ ਕਾਨੂੰਨ, ਜਿਸ ਨੂੰ ਹੁਣ ਉਹ ਜਲਦ ਤੋਂ ਜਲਦ ਨਿਪਟਾਉਣਾ ਚਾਹੁੰਦੀ ਹੈ। ਕਈ ਖਬਰਾਂ ਅਜਿਹੀਆਂ ਕੰਸੂਆਂ ਆ ਰਹੀਆਂ ਨੇ ਕਿ ਖੁਦ ਚਾਹੁੰਦੀ ਹੈ ਕੇਂਦਰ ਸਰਕਾਰ ਕਿ ਇਸ ਮਸਲੇ ਦਾ ਹੱਲ ਨਿਕਲ ਜਾਵੇ, ਕਿਉਂਕਿ 5 ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇ। ਮੈਨੂੰ ਲੱਗਦਾ ਕਿ ਜਿਹੜੀ ਸੂਤਰਾਂ ਦੀ ਜਾਣਕਾਰੀ ਆ ਰਹੀ ਹੈ, ਜਿਹੜੇ ਅਮਰਿੰਦਰ ਸਿੰਘ ਹੋਰੀ ਬਾਰ-ਬਾਰ ਗੇੜੇ ਮਾਰ ਰਹੇ ਨੇ ਪੰਜਾਬ ਦੇ ਕਿਸਾਨਾਂ ਨੂੰ, ਮੈਨੂੰ ਲੱਗਦਾ ਉਹਨਾਂ ਨੂੰ ਸਾਲਸ ਬਣਾ ਕੇ ਕੁਝ ਕਰਨ ਦਾ ਯਤਨ ਕੀਤਾ ਜਾ ਰਿਹਾ ਜੀ। ਕਈ ਤਰ੍ਹਾਂ ਦੇ ਖਰੜੇ ਤਿਆਰ ਹੋਏ ਨੇ ਜਿਹੜੇ ਮੀਡੀਆ ਦੇ ਵਿੱਚ ਨਿਕਲ ਕੇ ਆਏ ਨੇ। ਇੱਕ ਤਾਂ ਇਹ ਕਿ ਉਹ ਇਹ ਐਲਾਨ ਕਰ ਸਕਦੇ ਨੇ ਕਿ 3 ਸਾਲਾਂ ਵਾਸਤੇ ਇਹ ਕਾਨੂੰਨ ਜਿਹੜੇ ਆ ਉਹ ਅੱਗੇ ਟਾਲ ਦਿੱਤੇ ਆ ਜੀ। 3 ਸਾਲ ਦਾ ਮਤਲਬ ਇਹ ਹੋ ਜਾਏਗਾ ਫਿਰ ਤਾਂ 2 ਸਾਲਾਂ ਬਾਅਦ ਸਰਕਾਰ ਆ ਜਾਣੀ ਹੈ, ਇਹਨਾਂ ਦੀ ਸਰਕਾਰ 'ਚ ਤਾਂ ਇਹ ਲਾਗੂ ਨਹੀਂ ਹੋਣੇ। ਦੂਜਾ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਰਾਜਾਂ ਤੇ ਛੱਡ ਦਿੱਤਾ ਜਾਵੇ, ਜਿਹੜੇ ਰਾਜ ਨੇ ਲਾਗੂ ਕਰਨਾ ਕਰ ਲਏ, ਜਿਹੜੇ ਨੇ ਨਹੀਂ ਕਰਨਾ ਨਾ ਕਰੇ। ਇਹ ਵੀ ਇੱਕ ਗਲਤ ਪਿਰਤ ਹੋਏਗੀ। ਜੇ 3 ਸਾਲ ਵਾਸਤੇ ਟਾਲਦੇ ਨੇ ਤਾਂ ਮੈਂ ਸਮਝਦਾ ਕਿ ਉਹ ਪਹਿਲਾਂ ਵੀ ਇੱਕ ਵਾਰੀ ਵਿਉਂਤ ਚੱਲੀ ਸੀ ਵੀ ਆਪਾਂ ਇਹਨੂੰ ਟਾਲ ਦਿੰਦੇ ਆ, ਜਿਹਦੀ ਕਿਸਾਨਾਂ ਨੇ ਗੱਲ ਨਹੀਂ ਮੰਨੀ ਸੀ। ਉਹਨਾਂ ਨੇ ਕਿਹਾ ਸੀ ਕਿ ਅਸੀਂ ਰੱਦ ਕਰਾ ਕੇ ਹੀ ਜਾਣਾ। ਦੂਜਾ, ਰਾਜਾਂ ਤੇ ਛੱਡ ਦਿੱਤਾ ਜਾਵੇ। ਤੀਜਾ, ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਅੜਿੱਕਾ ਹੈਗਾ ਉਹ ਘੱਟੋ ਘੱਟ ਸਮਰਥਨ ਮੁੱਲ ਦਾ MSP ਦਾ। ਇਹਦੇ ਲਈ ਉਹ ਰਾਜੀ ਹੋ ਗਏ ਨੇ ਕਿ MSP ਨੂੰ ਅਸੀਂ ਕਾਨੂੰਨ ਬਣਾ ਦਿੰਦੇ ਆ ਕਿ MSP ਤੋਂ ਹੇਠਾਂ ਕੋਈ ਖਰੀਦ ਨਹੀਂ ਕਰੇਗਾ। ਮੰਨ ਲਓ ਇਹ ਕਾਨੂੰਨ ਇਹਨਾਂ ਨੇ ਪਾਸ ਕਰ ਦਿੱਤਾ ਜੀ, ਜੇ ਖਰੀਦੀ ਨਾ ਕੀਤੀ ਲਾਗੂ ਤਾਂ ਉਹ ਤਾਂ ਹੋਏਗਾ ਨਾ ਜੇ ਖਰੀਦ ਹੋਵੇਗੀ। ਜੇ ਖਰੀਦੀ ਨਾ ਕੀਤੀ ਤਾਂ ਦੂਜੇ ਰਾਜਾਂ ਦੇ ਵਿੱਚ, ਯੂਪੀ ਦੇ ਵਿੱਚ 1000 ਰੁਪਏ ਦਾ ਝੋਨਾ ਵਿਕ ਰਿਹਾ। ਅੱਜ ਵੀ ਤੁਸੀਂ ਦੇਖਿਆ ਹੋਣਾ ਕਿ 7200 ਕੁਇੰਟਲ ਝੋਨਾ ਹੁਣ ਤੱਕ ਬਾਹਰਲੇ ਰਾਜਾਂ ਦਾ ਜ਼ਬਤ ਕਰ ਲਿਆ ਪੰਜਾਬ ਦੀ ਪੁਲਿਸ ਨੇ। ਉੱਥੋਂ ਇੱਥੇ ਆਉਂਦਾ, ਆਵੇ ਵੀ ਕਿਉਂ ਨਾ, ਕਿਉਂਕਿ ਉੱਥੇ 1000 ਰੁਪਇਆ ਖਰੀਦ ਲੈਂਦੇ ਆ, ਇੱਥੇ 2000 ਹੈ, ਤੇ ਜਿਹੜਾ 1000 ਵਿੱਚ ਵਿਚਾਲਿਆ ਉਹ ਮੰਡੀਆਂ ਪਾ ਕੇ ਇੱਥੇ ਵੇਚ ਲਿਆ ਜਾਂਦਾ। ਉੱਥੋਂ ਕੱਲਾ ਦਾ ਕੱਲਾ ਕਿਸਾਨ ਨਹੀਂ ਲੈ ਕੇ ਆਉਂਦਾ, ਵਪਾਰੀ ਲੈ ਕੇ ਆਉਂਦੇ ਨੇ, ਮਿਲੀ ਭੁਗਤ ਨਾਲ ਲੈ ਕੇ ਆਉਂਦੇ ਨੇ। ਇਸ ਵਾਰ ਪੰਜਾਬ ਦੀ ਸਰਕਾਰ, ਖਾਸ ਕਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੇ ਸੁਖਜਿੰਦਰ ਸਿੰਘ ਰੰਧਾਵਾ, ਇਹਨਾਂ ਨੇ ਚੂੜੀ ਜ਼ਿਆਦਾ ਟਾਈਟ ਕੀਤੀ ਵੀ ਆ ਥੋੜ੍ਹੀ। ਇਸ ਕਰਕੇ ਇਹ ਥਾਂ ਥਾਂ ਤੇ ਜ਼ਬਤ ਹੋ ਰਹੇ ਨੇ। ਅਮਰਿੰਦਰ ਸਿੰਘ ਨੂੰ ਸਾਲਸ ਬਣਾਇਆ ਜਾ ਰਿਹਾ ਹੈਗਾ। ਇਹ ਵੀ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਚੱਲ ਰਹੀਆਂ ਨੇ ਕਿ ਜਿੰਨਾ ਚਿਰ ਕੈਪਟਨ ਸਾਹਿਬ ਇੱਥੇ ਮੁੱਖ ਮੰਤਰੀ ਰਹੇ, ਜੇ ਆਹ ਸਾਰਾ ਕੁਝ ਉਦੋਂ ਕਰ ਲੈਂਦੇ,
ਉਦੋਂ ਇਹਨਾਂ ਨੂੰ ਮਨਾ ਲੈਂਦੇ ਤਾਂ ਜ਼ਿਆਦਾ ਵਧੀਆ ਨਹੀਂ ਸੀ। ਜੀ। ਕਿਸਾਨ ਕਿੰਨਾ ਕੁ ਉਹਨੂੰ ਮੰਨਦੇ ਆ ਇਹ ਤਾਂ ਸਮਾਂ ਦੱਸੇਗਾ, ਲੇਕਿਨ ਕੋਈ ਨਾ ਕੋਈ ਖਿਚੜੀ ਪੱਕ ਜ਼ਰੂਰ ਰਹੀ ਹੈ। ਜਿੜਲਾ ਸਾਹਿਬ, ਨਾਲ ਹੀ ਕੇਂਦਰ ਸਰਕਾਰ ਕਿਸਾਨਾਂ ਨੂੰ ਥੋੜਾ ਜਿਹਾ ਖੁਸ਼ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ ਖਾਦ ਦੇ ਉੱਤੇ। ਉਹਨਾਂ ਨੇ ਜੀ ਜਿਹੜੀ DAP ਖਾਦ ਹੈ ਨਾ, ਉਸ ਖਾਦ ਦੇ ਉੱਤੇ ਕੁੱਲ 28,655 ਕਰੋੜ ਦੀ ਉਹ ਕਹਿੰਦੇ ਅਸੀਂ ਸ਼ੁੱਧ ਸਬਸਿਡੀ ਦੇ ਰਹੇ ਹਾਂ। ਇਹਦਾ ਕਿਸਾਨਾਂ ਨੂੰ ਕਾਫੀ ਅਸਰ ਪਵੇਗਾ। ਉਹ ਕਹਿੰਦੇ ਅਕਤੂਬਰ 21 ਤੋਂ ਲੈ ਕੇ ਮਾਰਚ 2022 ਤੱਕ ਜਿਹੜੀ ਪੌਸ਼ਟਿਕ ਆਧਾਰਿਤ ਸਬਸਿਡੀ ਹੈ ਉਹਦੀਆਂ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਹੜੀ ਹੁਣ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਕਿਸਾਨ ਖਾਦ ਖਰੀਦਣਗੇ ਉਹ ਸਬਸਿਡੀ ਦੇ ਆਧਾਰ ਤੇ ਖਰੀਦ ਲੈਣਗੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਿਸਾਨਾਂ ਨੂੰ ਭਰਮਾਉਣ ਦਾ ਇੱਕ ਯਤਨ ਕੀਤਾ ਜਾ ਰਿਹਾ ਹੈ ਕਿ ਆਹ ਦੇਖੋ ਅਸੀਂ ਤਾਂ ਤੁਹਾਡੇ ਬਹੁਤ ਹਤੈਸ਼ੀ ਹਾਂ। ਬਿਲਕੁਲ। ਤੇ ਲੱਗਦਾ ਹੈ ਇਹ ਵੀ ਇਹਦੇ ਨਾਲ ਜੁੜੀ ਹੋਈ ਖਬਰ ਨਜ਼ਰ ਆ ਸਕਦੀ ਹੈ ਕਿ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਇਹ ਕੁਝ ਸਬਸਿਡੀਆਂ ਦੇ ਕੇ ਐ ਦਰਸਾਇਆ ਜਾਵੇ ਵੀ ਅਸੀਂ ਤਾਂ ਤੁਹਾਡੇ ਹੀ ਹਾਂ। ਹੁਣ ਕਿਸਾਨ ਉਹ ਕਿੰਨੀ ਕੁ ਗੱਲ ਮੰਨਦੇ ਨੇ ਇਹ ਸਮਾਂ ਦੱਸੇਗਾ। ਜੀ ਟੋਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਜੀ, ਮਿਹਰਬਾਨੀ। ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜਾ ਇਸ ਪ੍ਰੋਗਰਾਮ ਨੂੰ ਪੂਰਾ ਪਿਆਰ ਦੇ ਰਹੇ ਨੇ, ਸਤਿਕਾਰ ਦੇ ਰਹੇ ਨੇ। ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ। ਇੱਕ ਮੇਰੀ ਵੀ ਸੁਣੋ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਇਸ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ। D5 ਚੈਨਲ ਪੰਜਾਬੀ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਕੱਲ੍ਹ ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।